ਦਿਨ ਮੇਰਾ ਵਿਆਹ ਹੋਇਆ, ਉਸ ਦਿਨ ਰਾਤ ਨੂੰ ਜਦੋਂ ਮੈਂ ਆਪਣੇ ਸਹੁਰੇ ਘਰ ਆਪਣੇ ਕਮਰੇ ਵਿੱਚ ਬੈਠੀ ਸੀ, ਤਾਂ ਮੇਰੀ ਸੱਸ ਅੰਦਰ ਆਈ ਤੇ ਉਸ ਦੇ ਨਾਲ ਇੱਕ ਹੋਰ ਔਰਤ ਸੀ। ਉਹ ਵੀ ਉਸ ਦੇ ਨਾਲ ਕਮਰੇ ਦੇ ਵਿੱਚ ਵੜੀ। ਉਹ ਦੇਖਣ ਨੂੰ ਬੜੀ ਅਜੀਬ ਲੱਗ ਰਹੀ ਸੀ। ਉਸ ਨੇ ਨੀਲੇ ਰੰਗ ਦਾ ਦੁਪੱਟਾ ਲੈ ਰੱਖਿਆ ਸੀ ਤੇ ਉਸ ਦੀਆਂ ਵੱਡੀਆਂ-ਵੱਡੀਆਂ ਅੱਖਾਂ ਸੀ। ਉਹ ਮੇਰੇ ਕਮਰੇ ਵਿੱਚ ਚਾਰੇ ਪਾਸੇ ਦੇਖ ਰਹੀ ਸੀ ਤੇ ਮੇਰੇ ਕਮਰੇ ਨੂੰ ਚੈੱਕ ਕਰ ਰਹੀ ਸੀ। ਮੇਰੀ ਸੱਸ ਨੇ ਉਸ ਨੂੰ ਦੱਸਿਆ ਕਿ ਮੇਰੀ ਨਵੀਂ ਬਹੂ ਰੋਸ਼ਨੀ ਹੈ। ਉਸ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਨੂੰ ਦੁਆ ਦਿੱਤੀ। ਮੈਨੂੰ ਉਸ ਦੇ ਬੋਲ ਬੜੇ ਅਜੀਬ ਲੱਗੇ ਤੇ ਮੈਨੂੰ ਘਬਰਾਹਟ ਹੋ ਰਹੀ ਸੀ। ਉਹ ਔਰਤ ਮੇਰੇ ਕੋਲ ਬੈਠ ਗਈ ਤੇ ਬਿਨਾਂ ਮੈਨੂੰ ਕੁਝ ਕਹੇ ਸਿਰ ਨੀਵਾਂ ਕਰਕੇ ਚੁੱਪਚਾਪ ਬੈਠੀ ਰਹੀ। ਮੇਰੀ ਸੱਸ ਨੂੰ ਉਸ ਨੂੰ ਮੇਰੇ ਕੋਲ ਛੱਡ ਕੇ ਪਤਾ ਨਹੀਂ ਕਿੱਥੇ ਚਲੀ ਗਈ ਸੀ ਤੇ ਮੈਨੂੰ ਉਸ ਕੋਲ ਬੈਠ ਕੇ ਬਹੁਤ ਅਜੀਬ ਲੱਗ ਰਿਹਾ ਸੀ। ਉਹ ਮੈਨੂੰ ਨੋਰਮਲ ਨਹੀਂ ਲੱਗ ਰਹੀ ਸੀ। ਪਹਿਲਾਂ ਹੀ ਮੇਰਾ ਵਿਆਹ ਬੜੇ ਅਜੀਬ ਤਰੀਕੇ ਨਾਲ ਹੋਇਆ ਸੀ। ਉੱਪਰ ਤੋਂ ਇਸ ਔਰਤ ਦੀ ਮੌਜੂਦਗੀ ਮੈਨੂੰ ਪਰੇਸ਼ਾਨ ਕਰ ਰਹੀ ਸੀ। ਮੇਰਾ ਘਰ ਵਾਲਾ ਵਿਦੇਸ਼ ਵਿੱਚ ਰਹਿੰਦਾ ਸੀ ਤੇ ਵੀਡੀਓ ਕਾਲ ਤੇ ਹੀ ਸਾਡਾ ਵਿਆਹ ਹੋਇਆ ਸੀ। ਮੇਰੀ ਸੱਸ ਨੇ ਇਹ ਕਹਿ ਕੇ ਮੇਰੀ ਵਿਦਾਈ ਕਰਵਾਈ ਸੀ ਕਿ ਕੁਝ ਦਿਨ ਮੈਂ ਉਹਨਾਂ ਨਾਲ ਰਵਾਂਗੀ। ਫਿਰ ਉਹ ਮੇਰੇ ਕਾਗਜ਼ ਪੱਤਰ ਤਿਆਰ ਕਰਕੇ ਮੈਨੂੰ ਮੇਰੇ ਘਰ ਵਾਲੇ ਕੋਲ ਭੇਜ ਦੇਣਗੇ। ਮੈਂ ਇਸ ਲਈ ਬਿਲਕੁਲ ਤਿਆਰ ਨਹੀਂ ਸੀ ਕਿਉਂਕਿ ਇਹ ਲੋਕ ਅਣਜਾਣ ਸੀ ਤੇ ਘਰ ਵਾਲੇ ਤੋਂ ਬਿਨਾਂ ਇਸ ਘਰ ਵਿੱਚ ਆਉਣਾ ਮੈਨੂੰ ਠੀਕ ਨਹੀਂ ਲੱਗ ਰਿਹਾ ਸੀ। ਪਰ ਮੇਰੀ ਸੱਸ ਨੇ ਬਹੁਤ ਜ਼ੋਰ ਦਿੱਤਾ ਕਿ ਉਹ ਕੁਝ ਦਿਨ ਮੈਨੂੰ ਆਪਣੇ ਨਾਲ ਰੱਖ ਕੇ ਸਾਡੇ ਘਰ ਦੀਆਂ ਰਸਮਾਂ ਸਿਖਾਉਣਾ ਚਾਹੁੰਦੀ ਹੈ ਤੇ ਫਿਰ ਮੈਨੂੰ ਮੇਰੇ ਘਰ ਵਾਲੇ ਕੋਲ ਭੇਜ ਦੇਵੇਗੀ। ਮੇਰਾ ਘਰ ਵਾਲਾ ਸੁਸ਼ੀਲ ਮੇਰੀ ਸੱਸ ਦਾ ਵੱਡਾ ਮੁੰਡਾ ਸੀ। ਉਹ ਬਹੁਤ ਸਾਲਾਂ ਤੋਂ ਕੈਨੇਡਾ 'ਚ ਹੀ ਰਹਿੰਦਾ ਸੀ। ਉਸ ਦੀ ਕਮਾਈ ਨਾਲ ਹੀ ਘਰ ਚੱਲਦਾ ਤੇ ਮੇਰੀ ਸੱਸ ਨੇ ਦੱਸਿਆ ਕਿ ਉਹ ਬਹੁਤ ਸਾਲਾਂ ਤੋਂ ਪੁਰਾਣੀ ਨੌਕਰੀ ਤੇ ਹੀ ਹੈ ਤੇ ਬਹੁਤ ਕਮਾਉਂਦਾ ਹੈ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਮੇਰੀ ਮਾਂ ਨੂੰ ਸ਼ੁਰੂ ਤੋਂ ਹੀ ਇੱਦਾਂ ਦਾ ਜਮਾਈ ਚਾਹੀਦਾ ਸੀ ਜੋ ਵਿਦੇਸ਼ ਵਿੱਚ ਰਹਿੰਦਾ ਹੋਵੇ ਤੇ ਮੈਨੂੰ ਆਪਣੇ ਕੋਲ ਬੁਲਾ ਲਵੇ ਤਾਂ ਜੋ ਮੇਰਾ ਵੀ ਭਵਿੱਖ ਬਣ ਜਾਵੇ। ਮੇਰੀ ਮਾਂ ਦਾ ਕਹਿਣਾ ਸੀ ਕਿ ਆਪਣੇ ਦੇਸ਼ ਵਿੱਚ ਜਿੰਨੀ ਮਰਜ਼ੀ ਮਿਹਨਤ ਕਰ ਲਓ ਪਰ ਮਿਹਨਤ ਦਾ ਮੁੱਲ ਨਹੀਂ ਮਿਲਦਾ। ਪੈਸਾ ਤਾਂ ਬਸ ਉਹੀ ਕਮਾਉਂਦਾ ਜੋ ਵਿਦੇਸ਼ 'ਚ ਨੌਕਰੀ ਕਰਦਾ। ਬਸ ਇਸ ਲਈ ਮੇਰੀ ਮਾਂ ਨੇ ਮੇਰੀ ਸੱਸ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਤੇ ਮੈਨੂੰ ਵਿਦਾ ਕਰ ਦਿੱਤਾ। ਮੈਂ ਬਿਲਕੁਲ ਇਕੱਲੀ ਸੀ। ਸਾਰੇ ਲੋਕ ਨਵੇਂ ਸੀ। ਮੇਰੀਆਂ ਦੋ ਨਣਦਾਂ ਸੀ। ਦੋਨੋਂ ਹੀ ਮੇਰੇ ਤੋਂ ਬਹੁਤ ਛੋਟੀਆਂ ਸੀ। ਇਸ ਲਈ ਵੀ ਉਹਨਾਂ ਦੇ ਨਾਲ ਜ਼ਿਆਦਾ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੀ ਸੀ। ਫਿਰ ਉਹ ਔਰਤ ਜਿਸ ਨੂੰ ਮੇਰੀ ਸੱਸ ਪੜੋਸਣ ਕਹਿ ਕੇ ਮੈਨੂੰ ਮਿਲਵਾਇਆ ਸੀ ਬੜੀਆਂ ਅਜੀਬ ਹਰਕਤਾਂ ਕਰ ਰਹੀ ਸੀ। ਕਦੀ ਮੇਰਾ ਹੱਥ ਫੜ ਕੇ ਲਕੀਰਾਂ ਦੇਖਦੀ ਤੇ ਕਦੇ ਮੇਰੇ ਮੂੰਹ ਵੱਲ ਦੇਖਣ ਲੱਗ ਜਾਂਦੀ। 2 ਵਾਰ ਤਾਂ ਮੈਂ ਵੀ ਉਸ ਨੂੰ ਘੂਰ ਕੇ ਦੇਖਿਆ ਕਿਉਂਕਿ ਉਸ ਦੀਆਂ ਹਰਕਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ। ਪਰ ਉਸ ਨੂੰ ਕੋਈ ਫਰਕ ਨਾ ਪਿਆ। ਉਹ ਤਾਂ ਬਸ ਆਪਣਾ ਕੰਮ ਕਰ ਰਹੀ ਸੀ। ਰਾਮ-ਰਾਮ ਕਰਦੀ ਮੇਰੀ ਸੱਸ ਕਮਰੇ ਵਿੱਚ ਆਈ ਤਾਂ ਉਸ ਔਰਤ ਜਿਸ ਦਾ ਨਾਂ ਰੁਖਸਾਨਾ ਸੀ ਉੱਠ ਕੇ ਖੜੀ ਹੋ ਗਈ ਤੇ ਕਹਿਣ ਲੱਗੀ, ਤੇਰੀ ਨੂੰਹ ਦੇ ਕਦਮ ਤੇਰੇ ਲਈ ਮੁਬਾਰਕ ਹੋਣ। ਬਸ ਉਹਨੇ ਇੰਨਾ ਹੀ ਕਿਹਾ ਤੇ ਫਿਰ ਮੇਰੀ ਸੱਸ ਉਸ ਨੂੰ ਬਾਹਰ ਜਾਣ ਲਈ ਇਸ਼ਾਰਾ ਕੀਤਾ। ਦੋਨੋਂ ਬਾਹਰ ਚੱਲੀਆਂ ਗਈਆਂ। ਮੈਨੂੰ ਇਸ ਤੋਂ ਬਾਅਦ ਕੁਝ ਸਮਝ ਨਾ ਆਇਆ। ਮੈਂ ਬਸ ਇਹੀ ਸੋਚਦੀ ਰਹੀ ਕਿ ਰੁਖਸਾਨਾ ਕਿਸ ਤਰ੍ਹਾਂ ਦੀ ਔਰਤ ਸੀ। ਮੇਰੀ ਸੱਸ ਉਸ ਨੂੰ ਇਸ ਤਰ੍ਹਾਂ ਬਾਹਰ ਕਿਉਂ ਲੈ ਗਈ। ਕੁਝ ਦੇਰ ਮੈਂ ਉਸ ਦੇ ਬਾਰੇ ਸੋਚਦੀ ਰਹੀ। ਫਿਰ ਮੈਂ ਉਸ ਤੋਂ ਆਪਣਾ ਧਿਆਨ ਹਟਾ ਲਿਆ ਕਿਉਂਕਿ ਮੇਰੇ ਘਰ ਵਾਲੇ ਦਾ ਫੋਨ ਆ ਰਿਹਾ ਸੀ। ਜਦੋਂ ਮੈਂ ਫੋਨ ਚੁੱਕਿਆ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੇਰੀ ਮਾਂ ਨੇ ਤੇਰੀ ਫੋਟੋ ਭੇਜੀ ਸੀ। ਤੂੰ ਮੈਨੂੰ ਪਹਿਲੀ ਨਜ਼ਰ 'ਚ ਹੀ ਪਸੰਦ ਆ ਗਈ ਸੀ। ਇਸ ਲਈ ਮੈਂ ਵਿਆਹ ਲਈ ਹਾਂ ਕਰ ਦਿੱਤੀ। ਹੁਣ ਤੈਨੂੰ ਜਲਦੀ ਤੋਂ ਜਲਦੀ ਆਪਣੇ ਕੋਲ ਬੁਲਾ ਲੈਣਾ ਹੈ। ਮੈਂ ਤੇਰੇ ਕਾਗਜ਼ ਤਿਆਰ ਕਰ ਰਿਹਾ ਹਾਂ। 2-3 ਮਹੀਨੇ ਲੱਗਣਗੇ। ਉਸ ਤੋਂ ਬਾਅਦ ਤੂੰ ਮੇਰੇ ਕੋਲ ਆ ਜਾਣਾ ਹੈ। 2-3 ਮਹੀਨੇ ਸੁਣ ਕੇ ਤਾਂ ਮੇਰੀ ਜਾਨ ਹੀ ਨਿਕਲ ਗਈ ਕਿਉਂਕਿ ਇਹ ਇੱਕ ਲੰਬਾ ਸਮਾਂ ਸੀ ਜੋ ਮੈਂ ਗੈਰਾਂ ਦੇ ਵਿੱਚ ਬਿਤਾਉਣਾ ਸੀ। ਜਦ ਮੈਂ ਇਹੀ ਗੱਲ ਆਪਣੇ ਘਰ ਵਾਲੇ ਨੂੰ ਕਹੀ ਕਿ ਮੈਂ ਤੁਹਾਡੇ ਤੋਂ ਬਿਨਾਂ ਇੱਥੇ 2-3 ਮਹੀਨੇ ਕਿੱਦਾਂ ਰਵਾਂਗੀ ਤਾਂ ਉਹ ਕਹਿਣ ਲੱਗਿਆ, ਇਹ ਗੈਰ ਨਹੀਂ ਤੇਰੇ ਸਹੁਰੇ ਨੇ। ਮੇਰੀ ਮਾਂ ਤੇ ਤੇਰੀ ਮਾਂ ਵਰਗੀ ਹੈ। ਉਹ ਤੇਰਾ ਬਹੁਤ ਖਿਆਲ ਰੱਖੂਗੀ। ਘਰ ਵਾਲੇ ਦਾ ਪਿਆਰ ਦੇਖ ਕੇ ਮੈਂ ਚੁੱਪ ਕਰ ਗਈ ਤੇ ਰਾਜ਼ੀ ਹੋ ਗਈ ਕਿ ਚਲੋ 2-3 ਮਹੀਨੇ ਦੀ ਗੱਲ ਹੈ, ਫਿਰ ਮੈਂ ਉਸ ਕੋਲ ਚਲੀ ਜਾਵਾਂਗੀ। ਮੇਰੇ ਘਰ ਵਾਲੇ ਨੇ ਕਿਹਾ ਸੀ ਕਿ ਜਦੋਂ ਛੁੱਟੀਆਂ ਵਿੱਚ ਆਊਂਗਾ ਤਾਂ ਮੈਂ ਤੈਨੂੰ ਨਾਲ ਲੈ ਜਾਊਂਗਾ। ਇਹ ਸੁਣ ਕੇ ਮੈਂ ਖੁਸ਼ ਹੋਈ ਸੀ ਕਿਉਂਕਿ ਉਹ ਆਪ ਵੀ ਮੇਰੇ ਨਾਲ ਰਹਿਣਾ ਚਾਹੁੰਦਾ ਸੀ। ਤਾਂ ਮੈਂ ਬਹੁਤ ਅਜਿਹੇ ਲੋਕ ਦੇਖੇ ਨੇ ਜੋ ਆਪਣੇ ਘਰ ਵਾਲੀਆਂ ਨੂੰ ਛੱਡ ਕੇ ਵਿਦੇਸ਼ ਚਲੇ ਜਾਂਦੇ ਨੇ ਤੇ ਫਿਰ ਕੁਝ ਮਹੀਨਿਆਂ ਲਈ ਆਉਂਦੇ ਨੇ ਤੇ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਤੋਂ ਬਿਨਾਂ ਹੀ ਜ਼ਿੰਦਗੀ ਗੁਜ਼ਾਰਦੀਆਂ ਨੇ। ਵਿਆਹ ਦੇ ਸਮੇਂ ਵੀ ਮੈਨੂੰ ਇਹੀ ਡਰ ਸੀ ਕਿਤੇ ਮੇਰੇ ਨਾਲ ਵੀ ਇੱਦਾਂ ਦਾ ਨਾ ਹੋ ਜਾਵੇ। ਪਰ ਆਪਣੇ ਘਰ ਵਾਲੇ ਦੀਆਂ ਗੱਲਾਂ ਸੁਣ ਕੇ ਮੈਨੂੰ ਤਸੱਲੀ ਹੋ ਗਈ ਸੀ।
ਉਹ ਮੈਨੂੰ ਆਪਣੇ ਨਾਲ ਲੈ ਕੇ ਜਾਊਗਾ ਤੇ ਅਸੀਂ ਇੱਕ ਵਧੀਆ ਜ਼ਿੰਦਗੀ ਜੀਵਾਂਗੇ। ਪਹਿਲੀ ਰਾਤ ਮੇਰੀ ਸੁਸ਼ੀਲ ਨਾਲ ਗੱਲਾਂ ਕਰਦੇ ਬੀਤ ਗਈ। ਉਹ ਮੇਰੇ ਨਾਲ ਤਾਂ ਨਹੀਂ ਸੀ, ਪਰ ਜਿਸ ਤਰ੍ਹਾਂ ਉਹਨੇ ਸਾਰੀ ਰਾਤ ਨਾਲ ਗੱਲਾਂ ਕੀਤੀਆਂ, ਮੈਨੂੰ ਇਕੱਲੇਪਣ ਦਾ ਅਹਿਸਾਸ ਨਾ ਹੋਇਆ। ਮੈਂ ਰਾਤ ਨੂੰ ਬਹੁਤ ਘੱਟ ਸੋਈ ਸੀ ਤੇ ਮੈਨੂੰ ਥਕਾਵਟ ਵੀ ਲੱਗ ਰਹੀ ਸੀ। ਮੈਂ ਏਦਾਂ ਹੀ ਡਾਈਨਿੰਗ ਟੇਬਲ ਤੇ ਬੈਠ ਗਈ। ਮੇਰੀ ਸੱਸ ਨੇ ਮੈਨੂੰ ਉੱਚੀ ਆਵਾਜ਼ ਵਿੱਚ ਪੁੱਛਿਆ, ਕੀ ਗੱਲ ਰਾਤ ਨੂੰ ਸੋਈ ਨਹੀਂ? ਇਕੱਲੇ ਕਮਰੇ ਵਿੱਚ ਕੀ ਕਰ ਰਹੀ ਸੀ? ਮੇਰੀ ਸੱਸ ਦਾ ਵਰਤਾਓ ਪਹਿਲਾਂ ਵਰਗਾ ਪਿਆਰ ਭਰਿਆ ਨਹੀਂ ਸੀ। ਉਹ ਅਜੀਬ ਨਜ਼ਰਾਂ ਨਾਲ ਮੈਨੂੰ ਦੇਖ ਕੇ ਕਹਿਣ ਲੱਗੀ, ਨਾਸ਼ਤਾ ਕਰ ਲੈ, ਫਿਰ ਆਪਣੇ ਘਰ ਚਲੀ ਜਾਈਂ। ਰਿਵਾਜ਼ ਦੇ ਅਨੁਸਾਰ ਤੇਰੇ ਘਰ ਵਾਲੇ ਆਉਣਗੇ ਤਾਂ ਰਾਤ ਨੂੰ ਤੂੰ ਵਾਪਸ ਆਉਣਾ ਹੈ। ਤੇਰਾ ਘਰ ਹੁਣ ਇਹੀ ਹੈ, ਤੂੰ ਉੱਥੇ ਨਹੀਂ ਰਹਿਣਾ। ਆਪਣੀ ਮਾਂ ਦੇ ਕੋਲ ਰੁਕਣ ਦੀ ਕੋਈ ਲੋੜ ਨਹੀਂ। ਮੈਨੂੰ ਲੱਗਿਆ ਕਿੱਦਾਂ ਉਹ ਮੇਰੇ ਨਾਲ ਬੜੇ ਹੀ ਰੁੱਖੇਪਣ ਵਿੱਚ ਗੱਲ ਕਰ ਰਹੀ ਸੀ। ਮੈਂ ਬੜੀ ਮੁਸ਼ਕਲ ਨਾਲ ਨਾਸ਼ਤਾ ਕੀਤਾ ਤੇ ਆਪਣੀ ਮਾਂ ਦੇ ਨਾਲ ਆਪਣੇ ਪੇਕੇ ਚਲੀ ਗਈ। ਮਾਂ ਮੈਨੂੰ ਇਹ ਕਹਿ ਕੇ ਰੋਕਣਾ ਚਾਹੁੰਦੀ ਸੀ ਕਿ ਤੇਰਾ ਘਰ ਵਾਲਾ ਕਿਹੜਾ ਘਰ ਹੈ, ਇੱਕ ਰਾਤ ਮੇਰੇ ਕੋਲ ਰੁਕ ਜਾ, ਪਰ ਮੈਨੂੰ ਆਪਣੀ ਸੱਸ ਦੀ ਗੱਲ ਯਾਦ ਆਈ, ਇਸ ਲਈ ਮੈਂ ਉਸੇ ਰਾਤ ਘਰ ਵਾਪਸ ਆ ਗਈ। ਮੇਰੀ ਸੱਸ ਸੌਂ ਗਈ ਸੀ। ਕੁਝ ਦੇਰ ਮੈਂ ਆਪਣੀਆਂ ਨਣਦਾਂ ਨਾਲ ਬੈਠ ਕੇ ਫਿਰ ਮੈਂ ਆਪਣੇ ਕਮਰੇ 'ਚ ਸੌਣ ਲਈ ਚਲੀ ਗਈ। ਅੱਜ ਵੀ ਸੁਸ਼ੀਲ ਦਾ ਫੋਨ ਆ ਗਿਆ ਸੀ, ਪਰ 2 ਦਿਨ ਤੋਂ ਮੇਰੀ ਬਿਲਕੁਲ ਵੀ ਨੀਂਦ ਨਹੀਂ ਪੂਰੀ ਹੋਈ ਸੀ, ਇਸ ਲਈ ਉਹਨਾਂ ਨਾਲ ਗੱਲਾਂ ਕਰਦੇ ਕਰਦੇ ਮੈਂ ਸੌਂ ਗਈ। ਮੈਨੂੰ ਪਤਾ ਹੀ ਨਾ ਚੱਲਿਆ ਕਦੋਂ ਫੋਨ ਬੰਦ ਕੀਤਾ। ਉਹਨਾਂ ਦੀਆਂ ਪਿਆਰ ਭਰੀਆਂ ਗੱਲਾਂ 'ਚ ਮੈਨੂੰ ਕੁਝ ਹੋਸ਼ ਨਾ ਰਿਹਾ, ਪਰ ਜਦੋਂ ਤੀਜੀ ਸਵੇਰ ਮੇਰੀ ਅੱਖ ਖੁੱਲੀ ਤਾਂ ਮੇਰੇ ਹੋਸ਼ ਉੱਡ ਗਏ। ਮੇਰੀ ਸੱਸ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਤੇ ਫਿਰ ਉਹਨੇ ਕਮਰੇ ਵਿੱਚ ਆ ਕੇ ਮੇਰਾ ਹੱਥ ਫੜਿਆ ਤੇ ਮੈਨੂੰ ਖਿੱਚਦੇ ਹੋਏ ਬਾਹਰ ਲੈ ਗਈ ਤੇ ਦਰਵਾਜ਼ੇ ਦੇ ਕੋਲ ਖੜ ਕੇ ਧੱਕਾ ਦਿੱਤਾ ਤੇ ਕਹਿਣ ਲੱਗੀ, ਤੇਰੇ ਮਨਹੂਸ ਪੈਰ ਮੈਂ ਆਪਣੇ ਘਰ 'ਚ ਬਰਦਾਸ਼ਤ ਨਹੀਂ ਕਰ ਸਕਦੀ। ਤੂੰ ਸਾਡੇ ਘਰ ਕੀ ਆਈ? ਮਨਹੂਸੀਅਤ ਹੀ ਛਾ ਗਈ। ਮੈਂ ਤੇਥੋਂ ਹਰ ਰਿਸ਼ਤਾ ਖਤਮ ਕਰਦੀ ਆਂ। ਵਾਪਸ ਆਪਣੀ ਮਾਂ ਦੇ ਘਰ ਚਲੀ ਜਾ। ਰੁਖਸਾਨਾ ਵੀ ਉੱਥੇ ਹੀ ਖੜੀ ਸੀ। ਉਸ ਨੂੰ ਦੇਖ ਕੇ ਮੈਂ ਦੰਗ ਰਹਿ ਗਈ ਸੀ ਕਿ ਇੰਨੀ ਸਵੇਰ ਇਸ ਦਾ ਸਾਡੇ ਘਰ 'ਚ ਕੀ ਕੰਮ ਸੀ। ਫਿਰ ਮੇਰੀ ਸੱਸ ਕਹਿਣ ਲੱਗੀ ਕਿ ਮੈਂ ਤਾਂ ਪਹਿਲੀ ਰਾਤ ਹੀ ਤੈਨੂੰ ਕਹਿ ਦਿੱਤਾ ਸੀ ਕਿ ਇਹ ਮਨਹੂਸ ਹੈ। ਹੁਣ ਫੇਰ ਦੱਸ ਰਹੀ ਹਾਂ, ਇਸ ਨੂੰ ਆਪਣੇ ਘਰ 'ਚ ਨਾ ਰੱਖੀ, ਨਹੀਂ ਤਾਂ ਤੇਰੀ ਬਰਬਾਦੀ ਦਾ ਕਾਰਨ ਬਣ ਜਾਊਗੀ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ ਸੀ ਤੇ ਮੈਂ ਪਰੇਸ਼ਾਨ ਹੋ ਕੇ ਪੁੱਛਿਆ, ਆਖਰ ਗੱਲ ਕੀ ਹੈ? ਪਰ ਉਹਨਾਂ ਦਾ ਇੰਨਾ ਹੀ ਕਹਿਣਾ ਸੀ ਕਿ ਤੂੰ ਮਨਹੂਸ ਹੈ, ਇਸ ਘਰ ਵਿੱਚ ਤੈਨੂੰ ਇੱਕ ਦਿਨ ਵੀ ਨਹੀਂ ਰੱਖ ਸਕਦੇ। ਇਹ ਮੇਰੇ ਵਿਆਹ ਤੋਂ ਤੀਜਾ ਦਿਨ ਸੀ ਤੇ ਤੀਜੇ ਹੀ ਦਿਨ ਮੇਰੀ ਬਰਬਾਦੀ ਦੇ ਦਿਨ ਸ਼ੁਰੂ ਹੋ ਗਏ ਸੀ। ਮੈਂ ਆਪਣੀ ਸੱਸ ਨੂੰ ਕਿਹਾ ਕਿ ਆਖਰ ਹੋਇਆ ਕੀ ਹੈ, ਮੈਨੂੰ ਇਹ ਤਾਂ ਦੱਸ ਦੋ, ਪਰ ਉਸਨੇ ਕੁਝ ਨਾ ਕਿਹਾ। ਮੈਨੂੰ ਧੱਕੇ ਦੇ ਕੇ ਘਰ ਤੋਂ ਕੱਢ ਦਿੱਤਾ। ਉਹਨਾਂ ਦੇ ਰੌਲੇ ਨਾਲ ਬਾਹਰ ਭੀੜ ਇਕੱਠੀ ਹੋ ਗਈ। ਗੁਆਂਢੀ ਵੀ ਆ ਗਏ। ਸਾਰੇ ਆਪਸ ਵਿੱਚ ਹੌਲੀ-ਹੌਲੀ ਗੱਲਾਂ ਕਰ ਰਹੇ ਸੀ। ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਪਈ ਕਿ ਰੁਖਸਾਨਾ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਮਨਹੂਸ ਹਾਂ ਅਤੇ ਜੋ ਰੁਖਸਾਨਾ ਕਹਿੰਦੀ ਹੈ ਉਹ ਕਦੇ ਗਲਤ ਨਹੀਂ ਹੁੰਦਾ। ਮੇਰੇ ਦਿਮਾਗ ਵਿੱਚ ਰੁਖਸਾਨਾ ਦਾ ਚਿਹਰਾ ਘੁੰਮ ਗਿਆ, ਜੋ ਵਿਆਹ ਵਾਲੀ ਰਾਤ ਮੇਰੇ ਕਮਰੇ ਵਿੱਚ ਆਈ ਸੀ। ਉਸੇ ਵਕਤ ਮੈਨੂੰ ਘਬਰਾਹਟ ਹੋ ਰਹੀ ਸੀ। ਸ਼ਾਇਦ ਮੈਨੂੰ ਕੁਝ ਅਹਿਸਾਸ ਹੋ ਰਿਹਾ ਸੀ ਕਿ ਕੁਝ ਬੁਰਾ ਹੋਣ ਵਾਲਾ। ਆਖਰ ਉਹ ਹੋ ਗਿਆ ਸੀ। ਉਸਨੇ ਮੇਰੀ ਸੱਸ ਨੂੰ ਇਹੀ ਜੀ ਕਿਹੜੀ ਗੱਲ ਕੀਤੀ? ਆਖਰ ਉਹ ਕੀ ਗੱਲ ਸੀ ਜਿਸ ਗੱਲ ਨਾਲ ਮੇਰੀ ਸੱਸ ਨੇ ਅੱਖਾਂ ਬੰਦ ਕਰਕੇ ਆਪਣੇ ਹੀ ਪੁੱਤ ਦਾ ਘਰ ਖਰਾਬ ਕਰ ਦਿੱਤਾ? ਸ਼ਾਇਦ ਕੁਝ ਏਦਾਂ ਦਾ ਹੋ ਗਿਆ ਸੀ ਜਿਸ ਦੀ ਵਜ੍ਹਾ ਨਾਲ ਮੈਨੂੰ ਮਨਹੂਸ ਕਹਿ ਰਹੀ ਸੀ। ਹਰ ਗੱਲ ਬਸ ਸੋਚ ਤੇ ਟਿਕੀ ਸੀ, ਕਿਉਂਕਿ ਪੂਰੀ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਸੀ। ਮੈਂ ਬੰਦ ਦਰਵਾਜ਼ੇ ਨੂੰ ਬਹੁਤ ਦੇਰ ਤੱਕ ਖੜਕਾਉਂਦੀ ਰਹੀ, ਪਰ ਕਿਸੇ ਨੇ ਮੇਰੀ ਆਵਾਜ਼ ਨਾ ਸੁਣੀ ਤੇ ਮੈਨੂੰ ਦਰਵਾਜ਼ਾ ਨਾ ਖੋਲ੍ਹਿਆ। ਗੁਆਂਢੀ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ। ਕੋਈ ਮਨਹੂਸ ਕਹਿ ਰਿਹਾ ਸੀ ਤੇ ਕੋਈ ਇਹ ਜਾਣਨਾ ਚਾਹੁੰਦਾ ਸੀ ਕਿ ਆਖਰ ਹੋ ਕੀ ਗਿਆ ਹੈ ਜੋ ਨਵੀਂ ਨਵੇਲੀ ਦੁਲਹਨ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਸਾਰਿਆਂ ਦੀਆਂ ਵੱਖ-ਵੱਖ ਗੱਲਾਂ ਸੀ। ਮੈਂ ਸਭ ਦੀਆਂ ਗੱਲਾਂ ਸੁਣ ਰਹੀ ਸੀ। ਕਿਸੇ ਦਾ ਕਹਿਣਾ ਸੀ ਰੁਖਸਾਨਾ ਜੋ ਕਹਿੰਦੀ ਹੈ ਉਹ ਸੱਚ ਹੁੰਦਾ ਹੈ। ਆਖਰ ਉਸਨੇ ਅੱਜ ਤੱਕ ਕਦੇ ਕੁਝ ਗਲਤ ਨਹੀਂ ਕਿਹਾ ਸੀ। ਇਸ ਤਰ੍ਹਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ ਵਿੱਚ ਪੈ ਰਹੀਆਂ ਸੀ ਤੇ ਮੈਂ ਦਰਵਾਜ਼ੇ ਦੇ ਕੋਲ ਖੜੀ ਰੋ ਰਹੀ ਸੀ। ਫਿਰ ਪਿੱਛੇ ਤੋਂ ਮੈਂ ਕਿਸੇ ਦੀ ਆਵਾਜ਼ ਸੁਣੀ। ਕੋਈ ਔਰਤ ਕਹਿ ਰਹੀ ਸੀ ਕਿ ਰੁਖਸਾਨਾ ਨੇ ਰਮਜ਼ਾਨ ਦੇ ਘਰ ਜੋ ਕਿਹਾ ਸੀ ਬਿਲਕੁਲ ਸੱਚ ਹੋਇਆ ਸੀ। ਰਮਜ਼ਾਨ ਦੀ ਘਰਵਾਲੀ ਦਾ ਕਿਸੇ ਹੋਰ ਨਾਲ ਚੱਕਰ ਚੱਲ ਰਿਹਾ ਸੀ ਤੇ ਰੁਖਸਾਨਾ ਨੇ ਇਹ ਗੱਲ ਉਸਦੇ ਵਿਆਹ ਦੀ ਪਹਿਲੀ ਰਾਤ ਹੀ ਦੱਸ ਦਿੱਤੀ ਸੀ। ਸਾਨੂੰ ਤਾਂ ਲੱਗਦਾ ਸੀ ਕਿ ਹੁਣ ਸੁਸ਼ੀਲ ਦੀ ਘਰਵਾਲੀ ਬਾਰੇ ਵੀ ਰੁਖਸਾਨਾ ਜੋ ਕੁਝ ਕਿਹਾ ਹੈ ਸਹੀ ਕਿਹਾ ਹੈ। ਮੈਂ ਇੱਕ ਪੜ੍ਹੀ ਲਿਖੀ ਕੁੜੀ ਸੀ ਤੇ ਮੈਂ ਏਦਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰ ਸਕਦੀ ਸੀ। ਭਲਾ ਇੱਕ ਔਰਤ ਕਿੱਦਾਂ ਕਿਸੇ ਦੂਜੇ ਬਾਰੇ ਇਵੇਂ ਦੀ ਗੱਲ ਕਰ ਸਕਦੀ ਹੈ?
ਮੈਨੂੰ ਰੁਖਸਾਨਾ ਤੋਂ ਨਫ਼ਰਤ ਹੋ ਰਹੀ ਸੀ, ਜਿਸ ਦੀ ਵਜ੍ਹਾ ਨਾਲ ਇਹ ਸਾਰਾ ਕੁਝ ਹੋਇਆ ਸੀ। ਮੈਨੂੰ ਦਰਵਾਜ਼ੇ 'ਤੇ ਬੈਠੇ-ਬੈਠੇ ਘੰਟਾ ਬੀਤ ਗਿਆ, ਪਰ ਮੇਰੀ ਸੱਸ ਨੇ ਦਰਵਾਜ਼ਾ ਨਾ ਖੋਲ੍ਹਿਆ। ਹੁਣ ਤਾਂ ਮੁਹੱਲੇ ਵਾਲੇ ਵੀ ਆਪਣੇ ਘਰਾਂ ਨੂੰ ਜਾਣ ਲੱਗੇ ਸੀ, ਕਿਉਂਕਿ ਤਮਾਸ਼ਾ ਖਤਮ ਹੋ ਗਿਆ ਸੀ। ਮੈਂ ਬੈਠੀ-ਬੈਠੀ ਥੱਕ ਗਈ ਤੇ ਫੇਰ ਆਪਣੇ ਘਰ ਵਾਪਸ ਆ ਗਈ। ਮੇਰੀ ਵਿਧਵਾ ਮਾਂ ਨੇ ਮੈਨੂੰ ਜਦੋਂ ਇਸ ਹਾਲ ਵਿੱਚ ਦੇਖਿਆ ਤਾਂ ਉਹ ਮੈਨੂੰ ਦੇਖਣ ਸਾਰ ਹੀ ਬੇਹੋਸ਼ ਹੋ ਗਈ, ਕਿਉਂਕਿ ਉਸ ਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਮੇਰੀ ਧੀ ਦੇ ਨਾਲ ਇੱਦਾਂ ਕਿਉਂ ਹੋਇਆ, ਜਿੱਦਾਂ ਆਸਮਾਨ ਟੁੱਟ ਗਿਆ ਹੋਵੇ, ਕਿਉਂਕਿ ਮੇਰੀ ਮਾਂ ਤੋਂ ਬਿਨਾਂ ਮੇਰਾ ਕੋਈ ਨਹੀਂ ਸੀ। ਮਾਂ ਨੂੰ ਮੈਂ ਬੜੀ ਮੁਸ਼ਕਲ ਨਾਲ ਹੋਸ਼ ਵਿੱਚ ਲੈ ਕੇ ਆਈ। ਉਹ ਵੀ ਇਹ ਜਾਣਨਾ ਚਾਹੁੰਦੀ ਸੀ ਕਿ ਆਖਰ ਮੇਰੀ ਸੱਸ ਨੇ ਮੈਨੂੰ ਇਸ ਤਰ੍ਹਾਂ ਕਿਉਂ ਕੱਢ ਦਿੱਤਾ। ਮੇਰੀ ਮਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਗੁਆਂਢ ਦੀ ਕੋਈ ਔਰਤ ਦੇ ਕਹਿਣ 'ਤੇ ਮੇਰੀ ਸੱਸ ਮੈਨੂੰ ਘਰੋਂ ਕੱਢ ਸਕਦੀ ਸੀ। ਮੈਨੂੰ ਤਾਂ ਆਪ ਯਕੀਨ ਨਹੀਂ ਆ ਰਿਹਾ ਸੀ ਕਿ ਮੈਂ ਆਪਣੀ ਮਾਂ ਨੂੰ ਕੀ ਦੱਸਦੀ। ਮੇਰੀ ਮਾਂ ਨੇ ਮੇਰੀ ਸੱਸ ਨੂੰ ਫ਼ੋਨ ਕੀਤਾ, ਕਹਿਣ ਲੱਗੀ, ਜਲਦੀ ਹੀ ਤੇਰੀ ਧੀ ਦੇ ਤਲਾਕ ਦੇ ਕਾਗਜ਼ ਮਿਲ ਜਾਣਗੇ। ਇਸ ਨਾਲ ਸਾਡਾ ਕੋਈ ਰਿਸ਼ਤਾ ਨਹੀਂ। ਇਸ ਨੂੰ ਆਪਣੇ ਘਰ ਬਿਠਾ ਕੇ ਰੱਖ। ਮੇਰੀ ਮਾਂ ਨੇ ਰੋ ਕੇ ਕਿਹਾ, ਆਖਰ ਗੱਲ ਕੀ ਹੋਈ ਹੈ? ਸਾਨੂੰ ਗੱਲ ਤਾਂ ਦੱਸੋ, ਮੇਰੀ ਧੀ ਦੀ ਕੀ ਗਲਤੀ ਹੈ? ਇਹ ਤਾਂ ਦੱਸ ਦੋ। ਏਦਾਂ ਕਿਵੇਂ ਤੂੰ ਇੱਕ ਅਨਾਥ ਬੱਚੀ ਦੀ ਜ਼ਿੰਦਗੀ ਖਰਾਬ ਕਰ ਸਕਦੀ ਹੈ? ਤਾਂ ਮੇਰੀ ਸੱਸ ਨੇ ਉੱਧਰੋਂ ਕਿਹਾ, ਤੇਰੀ ਧੀ ਨੇ ਸਾਡਾ ਘਰ ਉਜਾੜ ਦਿੱਤਾ ਤੇ ਤੂੰ ਉਸ ਦੀ ਗਲਤੀ ਪੁੱਛਦੀ ਹੈ। ਇਹ ਕਹਿ ਕੇ ਉਸਨੇ ਫ਼ੋਨ ਕੱਟ ਦਿੱਤਾ ਤੇ ਮੇਰੀ ਮਾਂ ਦੇ ਸਿਰ 'ਤੇ ਜਿਵੇਂ ਅਸਮਾਨ ਟੁੱਟ ਗਿਆ ਸੀ। ਉਹ ਰੋਣ ਲੱਗੀ, ਪਰ ਇਸ ਦਾ ਕੋਈ ਫਾਇਦਾ ਨਹੀਂ ਸੀ, ਕਿਉਂਕਿ ਮੇਰੀ ਸੱਸ ਦਾ ਫੈਸਲਾ ਆਖਰੀ ਸੀ। ਮੇਰਾ ਮੇਰੇ ਘਰਵਾਲੇ ਨਾਲ ਕੋਈ ਮਜ਼ਬੂਤ ਸੰਬੰਧ ਨਹੀਂ ਸੀ। ਵੀਡੀਓ ਕਾਲ 'ਤੇ ਹੋਣ ਵਾਲਾ ਵਿਆਹ ਤੇ ਉਸ ਤੋਂ ਬਾਅਦ ਫ਼ੋਨ 'ਤੇ ਹੋਣ ਵਾਲੀਆਂ ਗੱਲਾਂ ਤੋਂ ਬਿਨਾਂ ਮੈਂ ਆਪਣੇ ਘਰਵਾਲੇ ਨੂੰ ਬਿਲਕੁਲ ਵੀ ਨਹੀਂ ਜਾਣਦੀ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਸੱਸ ਇਸ ਕੀ ਕਵੇਗੀ, ਮੇਰੇ ਨਾਲ ਕੀ ਹੋਵੇਗਾ। ਮੈਂ ਚੁੱਪ ਆਪਣੇ ਕਮਰੇ ਵਿੱਚ ਸੀ। ਮੈਨੂੰ ਸਮਾਜ ਤੋਂ ਡਰ ਲੱਗ ਰਿਹਾ ਸੀ। ਮੈਂ ਡਰ ਗਈ ਸੀ ਕਿ ਜੋ ਕੁਝ ਮੇਰੇ ਨਾਲ ਹੋਇਆ ਉਹ ਯਕੀਨ ਦੇ ਕਾਬਿਲ ਨਹੀਂ ਸੀ। ਜਿਸ ਮੁਹੱਲੇ ਵਿੱਚ ਅਸੀਂ ਲੋਕ ਰਹਿੰਦੇ ਸੀ, ਉੱਥੇ ਦੇ ਲੋਕ ਵੀ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਦੇ। ਕੋਈ ਮੇਰੀ ਮਾਂ ਦੇ ਚਰਿੱਤਰ 'ਤੇ ਉਂਗਲੀ ਚੁੱਕਦਾ ਤੇ ਕੋਈ ਜਾਣਨਾ ਚਾਹੁੰਦਾ ਕਿ ਮੇਰੀ ਸੱਸ ਮੈਨੂੰ ਮਨਹੂਸ ਕਿਉਂ ਕਹਿੰਦੀ ਹੈ। ਸਭ ਨੂੰ ਯਕੀਨ ਸੀ ਕਿ ਕੁਝ ਨਾ ਕੁਝ ਤਾਂ ਜ਼ਰੂਰ ਹੋਇਆ, ਜੋ 3 ਦਿਨਾਂ ਤੋਂ ਬਾਅਦ ਸਹੁਰਿਆਂ ਨੇ ਕੱਢ ਦਿੱਤਾ। ਮੈਂ ਕਿਸੇ ਨੂੰ ਕੀ ਦੱਸਦੀ? ਇਸ ਵਿੱਚ ਮੇਰਾ ਕਸੂਰ ਨਹੀਂ ਸੀ। ਮੈਨੂੰ ਆਪ ਨੂੰ ਸਮਝ ਨਹੀਂ ਆ ਰਿਹਾ ਸੀ, ਪਰ ਹਾਂ, ਮੇਰੇ ਦਿਲ ਤੇ ਦਿਮਾਗ ਵਿੱਚ ਗੱਲ ਬਹਿ ਗਈ ਸੀ ਕਿ ਮੇਰੀ ਬਰਬਾਦੀ ਦੇ ਪਿੱਛੇ ਕੋਈ ਹੋਰ ਨਹੀਂ, ਮੇਰੀ ਸੱਸ ਦੀ ਗੁਆਂਢਣ ਰੁਖਸਾਨਾ ਸੀ। ਉਹ ਔਰਤ ਕੌਣ ਸੀ ਮੈਂ ਜਾਣਦੀ ਨਹੀਂ ਸੀ, ਕਿਉਂਕਿ ਉਸ ਦਾ ਕਿਹਾ ਮੇਰੀ ਸੱਸ ਲਈ ਇੰਨਾ ਜ਼ਰੂਰੀ ਹੋ ਗਿਆ ਕਿ ਉਹਨਾਂ ਨੇ ਮੇਰੇ ਨਾਲ ਆਪਣੇ ਪੁੱਤ ਦੀ ਜ਼ਿੰਦਗੀ ਵੀ ਖਰਾਬ ਕਰ ਦਿੱਤੀ ਸੀ। ਪਰ ਕਿਸਮਤ ਨੇ ਮੌਕਾ ਨਹੀਂ ਦਿੱਤਾ ਮੈਂ ਉਸ ਬਾਰੇ ਕੁਝ ਜਾਣ ਸਕਾਂ, ਜਿਸ ਨੇ ਮੇਰੀ ਜ਼ਿੰਦਗੀ ਦਾ ਪਾਸਾ ਹੀ ਪਲਟ ਦਿੱਤਾ ਸੀ। ਮੇਰੀ ਮਾਂ ਇਸ ਗਮ ਨੂੰ ਨਾ ਝੱਲ ਸਕੀ ਤੇ ਉਸ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਹ ਇਹ ਦੁਨੀਆ ਤੋਂ ਚਲੀ ਗਈ। ਮੇਰੀ ਮਾਂ ਨੇ ਮੈਥੋਂ ਆਖਰੀ ਮਾਫ਼ੀ ਮੰਗੀ ਸੀ ਕਿ ਪਰਦੇਸੀ ਘਰ ਵਾਲੇ ਨਾਲ ਮੇਰਾ ਭਵਿੱਖ ਵਧੀਆ ਬਣ ਜਾਊਗਾ। ਇਹ ਸੋਚ ਕੇ ਉਸਨੇ ਮੇਰਾ ਭਵਿੱਖ ਹੀ ਖਰਾਬ ਕਰ ਦਿੱਤਾ। ਜੇ ਮੇਰਾ ਘਰ ਵਾਲਾ ਮੇਰੇ ਨਾਲ ਹੁੰਦਾ ਤਾਂ ਸ਼ਾਇਦ ਇਹ ਸਭ ਕੁਝ ਨਾ ਹੁੰਦਾ। ਮੈਂ ਆਪਣੀ ਮਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਕਿ ਮੇਰੇ ਨਸੀਬ ਵਿੱਚ ਹੀ ਲਿਖਿਆ ਸੀ, ਪਰ ਮੇਰੀ ਮਾਂ ਇਸ ਵਿੱਚ ਆਪਣਾ ਕਸੂਰ ਮੰਨਦੀ ਹੋਈ ਇਸ ਦੁਨੀਆ ਤੋਂ ਚਲੀ ਗਈ ਸੀ। ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ। ਮਕਾਨ ਮਾਲਕ ਕਿਰਾਏ ਲਈ ਤੰਗ ਕਰਦਾ ਸੀ। ਜੇ ਕਿਰਾਇਆ ਨਾ ਦੇ ਸਕੀ ਤਾਂ ਉਸਨੇ ਮੈਨੂੰ ਘਰੋਂ ਕੱਢ ਦਿੱਤਾ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ, ਮੈਂ ਕਿੱਥੇ ਜਾਵਾਂ, ਕਿਸ ਦੀ ਮਦਦ ਲਵਾਂ। ਮਾਂ ਤੋਂ ਬਿਨਾਂ ਮੇਰਾ ਕੋਈ ਨਹੀਂ ਸੀ। ਮੈਂ ਇੱਕ ਦੂਰ ਦੇ ਇਲਾਕੇ ਵਿੱਚ ਚਲੀ ਗਈ, ਜਿੱਥੇ ਮੇਰੀ ਪੁਰਾਣੀ ਸਹੇਲੀ ਰਿਹਾ ਕਰਦੀ ਸੀ। ਮੈਂ ਉਸ ਦੇ ਘਰ ਪਹੁੰਚੀ, ਉਸ ਨੂੰ ਆਪਣੀ ਸਾਰੀ ਗੱਲ ਦੱਸੀ। ਉਹ ਕਹਿਣ ਲੱਗੀ, ਤੂੰ ਆਪਣੇ ਘਰ ਵਾਲੇ ਨਾਲ ਗੱਲ ਕਰ, ਉਸ ਨੂੰ ਦੱਸ ਕਿ ਤੇਰੇ ਨਾਲ ਕੀ ਹੋਇਆ ਹੈ। ਮੈਂ ਆਪਣੀ ਸਹੇਲੀ ਨੂੰ ਦੱਸਿਆ ਕਿ ਮੇਰੇ ਕੋਲ ਤਾਂ ਮੇਰੇ ਘਰ ਵਾਲੇ ਦਾ ਨੰਬਰ ਹੀ ਨਹੀਂ। ਜਿਸ ਫ਼ੋਨ 'ਤੇ ਉਹ ਫ਼ੋਨ ਕਰਦਾ ਸੀ ਉਹ ਮੇਰੀ ਸੱਸ ਨੇ ਮੈਨੂੰ ਦਿੱਤਾ ਸੀ ਤੇ ਉਹ ਫ਼ੋਨ ਮੇਰੇ ਸਹੁਰਿਆਂ 'ਚ ਹੀ ਰਹਿ ਗਿਆ। ਇਹ ਸੁਣ ਕੇ ਉਹ ਕਹਿਣ ਲੱਗੀ, ਤੂੰ ਕਿਸ ਤਰ੍ਹਾਂ ਆਪਣੇ ਘਰ ਵਾਲੇ ਦਾ ਨੰਬਰ ਹਾਸਲ ਕਰਨ ਦੀ ਕੋਸ਼ਿਸ਼ ਕਰ। ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਮੈਨੂੰ ਨੰਬਰ ਨਾ ਮਿਲਿਆ। ਮੇਰੇ ਸਹੁਰੇ ਤਾਂ ਮੇਰੇ ਲਈ ਦਰਵਾਜ਼ੇ ਖੋਲ੍ਹਣ ਨੂੰ ਵੀ ਤਿਆਰ ਨਹੀਂ ਸੀ। ਮੈਂ ਰੁਖਸਾਨਾ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਉਹ ਆਪਣੇ ਪਿੰਡ ਵਿੱਚ ਗਈ। ਇਸ ਇਲਾਕੇ ਵਿੱਚ ਉਸ ਦੀ ਬੜੀ ਚਰਚਾ ਸੀ। ਜਿਸ ਦੇ ਬਾਰੇ ਉਹ ਜੋ ਕਹਿੰਦੀ ਉਹ ਹਮੇਸ਼ਾ ਸੱਚ ਹੁੰਦਾ ਸੀ। ਇਸ ਤੋਂ ਜ਼ਿਆਦਾ ਉਸ ਔਰਤ ਬਾਰੇ ਮੈਂ ਕੁਝ ਨਾ ਜਾਣ ਸਕੀ, ਜਿਸ ਨੇ ਮੈਨੂੰ ਬਰਬਾਦ ਕਰ ਦਿੱਤਾ ਸੀ। ਔਖੀ ਘੜੀ ਵਿੱਚ ਮੇਰੀ ਦੋਸਤ ਨੇ ਮੇਰੀ ਬੜੀ ਮਦਦ ਕੀਤੀ। ਉਸਨੇ ਆਪਣੇ ਹੀ ਘਰ ਵਿੱਚ ਛੋਟਾ ਜਿਹਾ ਕਿਰਾਏ ਦਾ ਹਿੱਸਾ ਮੈਨੂੰ ਦੇ ਦਿੱਤਾ। ਸਵੇਰੇ ਮੈਂ ਇੱਕ ਸਕੂਲ ਵਿੱਚ ਪੜ੍ਹਾਉਂਦੀ ਤੇ ਫਿਰ ਕੱਪੜੇ ਸੀਣ ਦਾ ਕੰਮ ਵੀ ਕਰ ਲਿਆ ਕਰਦੀ ਸੀ, ਕਿਉਂਕਿ ਮੈਨੂੰ ਸਿਲਾਈ ਆਉਂਦੀ ਸੀ। ਸਕੂਲ ਤੋਂ ਆਉਣ ਤੋਂ ਬਾਅਦ
ਲੋਕਾਂ ਦੇ ਕੱਪੜੇ ਸੀਆ ਕਰਦੀ ਸੀ। ਇਸ ਤਰ੍ਹਾਂ ਗੁਜ਼ਾਰਾ ਚੱਲ ਰਿਹਾ ਸੀ, ਪਰ ਮੇਰੇ ਦਿਮਾਗ ਵਿੱਚ ਰੁਖਸਾਨਾ ਨਾਮ ਦਾ ਕੰਡਾ ਅੜਿਆ ਪਿਆ ਸੀ ਤੇ ਮੈਂ ਚਾਹੁੰਦੀ ਸੀ ਕਿ ਮੈਂ ਕਦੀ ਨਾ ਕਦੀ ਜਾ ਕੇ ਉਸ ਨੂੰ ਇਹ ਗੱਲ ਕਰਾਂ ਤੇ ਪੁੱਛਾਂ ਕਿ ਆਖਰ ਤੂੰ ਇਹ ਕਿਉਂ ਕੀਤਾ। ਮੈਨੂੰ ਸੁਸ਼ੀਲ ਨਾਲ ਵੀ ਗੁੱਸਾ ਸੀ। ਉਸਨੇ ਇੱਕ ਵਾਰ ਵੀ ਮੇਰੀ ਖਬਰ ਨਹੀਂ ਲਿੱਤੀ ਸੀ ਤੇ ਨਾ ਹੀ ਕਿਸੇ ਨੇ ਮੈਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਤੇ ਨਾ ਹੀ ਕੋਈ ਸੁਨੇਹਾ ਭੇਜਿਆ ਸੀ। ਮੈਨੂੰ ਲੱਗਦਾ ਸੀ ਕਿ ਸ਼ਾਇਦ ਉਸਨੇ ਆਪਣੀ ਮਾਂ ਦੇ ਕਹਿਣ ਤੇ ਮੈਨੂੰ ਤਲਾਕ ਦੇ ਦਿੱਤਾ, ਪਰ ਮੇਰੇ ਘਰ ਬਦਲ ਲੈਣ ਕਰਕੇ ਮੈਨੂੰ ਤਲਾਕ ਦੇ ਕਾਗਜ਼ ਵੀ ਨਹੀਂ ਮਿਲੇ। ਮੇਰੀ ਸਹੇਲੀ ਹਮੇਸ਼ਾ ਮੈਨੂੰ ਕਹਿੰਦੀ ਕਿ ਦੁਬਾਰਾ ਵਿਆਹ ਕਰ ਲੈ ਤੇ ਘਰ ਵਸਾ ਲੈ। ਜੇ ਤੇਰਾ ਘਰਵਾਲਾ ਤੈਨੂੰ ਤਲਾਕ ਦੇ ਚੁੱਕਾ ਹੈ ਤਾਂ ਇਸ ਵਿੱਚ ਕਈ ਮਹੀਨੇ ਲੱਗ ਜਾਂਦੇ ਨੇ। ਇਸ ਤਰ੍ਹਾਂ ਕਈ ਮਹੀਨੇ ਬੀਤ ਗਏ। ਦੂਜਾ ਵਿਆਹ ਕਰਕੇ ਤੂੰ ਖੁਸ਼ ਰਹਿ ਸਕਦੀ ਹੈ। ਪਹਿਲਾਂ ਤਾਂ ਮੈਂ ਸਾਫ਼ ਮਨਾ ਕਰ ਦਿੱਤੀ, ਕਿਉਂਕਿ ਮੇਰੇ ਦਿਲ ਵਿੱਚ ਸੁਸ਼ੀਲ ਦੇ ਲਈ ਪਿਆਰ ਸੀ। ਮੈਂ ਉਸ ਨੂੰ ਆਪਣਾ ਘਰਵਾਲਾ ਮੰਨ ਚੁੱਕੀ ਸੀ। ਫਿਰ ਮੈਨੂੰ ਲੱਗਿਆ ਕਿ ਬਿਨਾਂ ਆਦਮੀ ਦੇ ਗੁਜ਼ਾਰਾ ਮੁਸ਼ਕਲ ਹੈ। ਕੁਝ ਲੋਕ ਮੇਰੇ ਇਕੱਲੇਪਣ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨ ਲੱਗੇ ਸੀ। ਇਸ ਲਈ ਮੈਂ ਆਪਣੀ ਸਹੇਲੀ ਨੂੰ ਕਿਹਾ ਕਿ ਜੇ ਤੈਨੂੰ ਕੋਈ ਰਿਸ਼ਤਾ ਲੱਗਦਾ ਹੈ ਤਾਂ ਮੈਂ ਵਿਆਹ ਬਾਰੇ ਸੋਚ ਲਵਾਂਗੀ। ਮੈਂ ਪੜ੍ਹੀ ਲਿਖੀ ਸੀ, ਸ਼ਰੀਫ ਸੀ। ਇਸ ਦੇ ਬਾਵਜੂਦ ਮੇਰਾ ਦੁਬਾਰਾ ਕੋਈ ਰਿਸ਼ਤਾ ਨਾ ਹੋਇਆ, ਜਦੋਂ ਕਿ ਮੇਰਾ ਪਹਿਲੇ ਵਿਆਹ ਦੀ ਖਬਰ ਕਿਸੇ ਨੂੰ ਵੀ ਨਹੀਂ ਸੀ। ਪਰ ਹੌਲੀ ਮੈਨੂੰ ਸੱਚ ਆ ਗਿਆ ਸੀ ਕਿ ਮੈਂ ਮਨਹੂਸ ਹਾਂ, ਕਿਉਂਕਿ ਮੈਂ ਜਦੋਂ ਜੰਮੀ ਤਾਂ ਮੇਰੇ ਪਿਓ ਦੀ ਮੌਤ ਹੋ ਗਈ ਤੇ ਮੇਰੀ ਮਾਂ ਨੇ ਬੜੀ ਮੁਸ਼ਕਲ ਨਾਲ ਮੈਨੂੰ ਪਾਲਿਆ। ਫਿਰ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਲਾ ਕੇ ਮੈਨੂੰ ਵਿਦਾ ਕੀਤਾ ਤੇ ਵਿਆਹ ਦੇ 3 ਦਿਨ ਬਾਅਦ ਹੀ ਵਾਪਸ ਘਰ ਆ ਗਈ ਸੀ ਤੇ ਆਪਣੀ ਮਾਂ ਦੀ ਮੌਤ ਦਾ ਕਾਰਨ ਬਣ ਗਈ। ਸ਼ਾਇਦ ਮੇਰੀ ਸੱਸ ਨੇ ਠੀਕ ਹੀ ਕਿਹਾ ਸੀ ਕਿ ਮੇਰੇ ਕਦਮ ਮਨਹੂਸ ਨੇ ਅਤੇ ਉਸ ਦੀ ਗੱਲ ਮੈਨੂੰ ਸੱਚ ਲੱਗਣ ਲੱਗੀ ਸੀ। ਮੈਂ ਅਜੀਬ ਹੀ ਸੋਚ ਵਿੱਚ ਸੀ ਅਤੇ ਉਸ ਦਾ ਸ਼ਿਕਾਰ ਹੋ ਗਈ ਸੀ। ਬਸ ਚੁੱਪ ਸੀ ਤੇ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਸੀ। ਜਦੋਂ ਇੱਕ ਦਿਨ ਦਰਵਾਜ਼ਾ ਖੜਕਿਆ ਤੇ ਮੈਂ ਖੋਲ੍ਹਿਆ ਤਾਂ ਮੇਰੇ ਸਾਹਮਣੇ ਬਹੁਤ ਲੋਕ ਖੜੇ ਸੀ। ਉਹ ਸਭ ਉਸ ਮੁਹੱਲੇ ਨਾਲ ਸੰਬੰਧ ਰੱਖਦੇ ਸੀ ਤੇ ਬਹੁਤ ਸ਼ਰੀਫ ਲੋਕ ਸੀ, ਪਰ ਇੰਨੇ ਲੋਕਾਂ ਨੂੰ ਇਕੱਠੇ ਦੇਖ ਕੇ ਮੈਂ ਡਰ ਗਈ, ਕਿਉਂਕਿ ਜੋ ਅੱਜ ਤੱਕ ਹੋਇਆ ਸੀ ਉਹ ਇੰਨਾ ਡਰਾਵਣਾ ਸੀ ਕਿ ਮੈਨੂੰ ਕੁਝ ਚੰਗੇ ਹੋਣ ਦੀ ਉਮੀਦ ਹੀ ਨਹੀਂ ਸੀ। ਮੈਨੂੰ ਲੱਗ ਰਿਹਾ ਸੀ ਕਿ ਇਸ ਮੁਹੱਲੇ 'ਚੋਂ ਵੀ ਮੈਨੂੰ ਕੱਢ ਦਿੱਤਾ ਜਾਵੇਗਾ। ਸ਼ਾਇਦ ਇੱਥੇ ਵੀ ਮੇਰੇ ਮਨਹੂਸ ਹੋਣ ਦੀ ਖਬਰ ਫੈਲ ਚੁੱਕੀ ਸੀ। ਇਸ ਲਈ ਮੈਂ ਡਰ ਕੇ ਦਰਵਾਜ਼ਾ ਬੰਦ ਕਰ ਦਿੱਤਾ, ਪਰ ਇੱਕ ਔਰਤ ਨੇ ਹੀ ਮੈਨੂੰ ਰੋਕਿਆ ਤੇ ਕਹਿਣ ਲੱਗੀ, ਅਸੀਂ ਸਾਰੇ ਤੈਨੂੰ ਦੁਲਹਨ ਬਣਾਉਣ ਲਈ ਆਏ ਹਾਂ। ਇਹ ਸੋਚ ਕੇ ਮੈਂ ਹੈਰਾਨ ਰਹਿ ਗਈ ਕਿ ਇਹ ਕੌਣ ਲੋਕ ਨੇ ਜੋ ਮੈਨੂੰ ਦੁਲਹਨ ਬਣਾਉਣ ਦੀ ਗੱਲ ਕਰ ਰਹੇ ਨੇ। ਮੈਂ ਘਬਰਾਈ ਹੋਈ ਨੇ ਕਿਹਾ ਕਿ ਮੇਰਾ ਤਾਂ ਵਿਆਹ ਪਹਿਲਾਂ ਹੋ ਚੁੱਕਿਆ ਹੈ। ਉਹ ਸੁਣ ਕੇ ਮੁਸਕਰਾਈ ਤੇ ਕਹਿਣ ਲੱਗੀ, ਪੁਰਾਣੀ ਗੱਲ ਨੂੰ ਭੁੱਲ ਜਾ, ਹੁਣ ਬਸ ਤੂੰ ਦੁਬਾਰਾ ਦੁਲਹਨ ਬਣਨਾ ਹੈ। ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰ। ਮੈਂ ਨਾ ਸਮਝੀ ਉਸ ਔਰਤ ਵੱਲ ਦੇਖ ਰਹੀ ਸੀ। ਉਹ ਅੰਦਰ ਦਾਖਲ ਹੋਏ ਤੇ ਉਸ ਦੇ ਹੱਥ ਵਿੱਚ ਲਾਲ ਰੰਗ ਦਾ ਜੋੜਾ ਸੀ ਤੇ ਕੁਝ ਹੋਰ ਸਮਾਨ ਵੀ ਸੀ। ਉਸ ਨੇ ਮੇਰੇ ਸਾਹਮਣੇ ਰੱਖਿਆ ਤੇ ਕਹਿਣ ਲੱਗੀ, ਤਿਆਰ ਹੋ ਜਾ, ਤੇਰੀ ਕਿਸਮਤ ਬਦਲਣ ਵਾਲੀ ਹੈ। ਕੁਝ ਦੇਰ ਵਿੱਚ ਤੇਰਾ ਦੁਲਹਾ ਤੈਨੂੰ ਲੈਣ ਲਈ ਆਵੇਗਾ। ਮੈਂ ਉਸ ਨੂੰ ਕਿਹਾ, ਆਖਰ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਇਹ ਸਭ ਕਿਸ ਨੇ ਭੇਜਿਆ ਹੈ? ਤਾਂ ਉਹ ਕਹਿਣ ਲੱਗੀ, ਸਾਡੇ ਇੱਕ ਰਿਵਾਜ ਹੈ ਕਿ ਇੱਥੇ ਅਸੀਂ ਕਿਸੇ ਨੂੰ ਇਕੱਲਾ ਨਹੀਂ ਛੱਡਦੇ। ਤੂੰ ਇਕੱਲੀ ਹੈ, ਇਸ ਲਈ ਤੇਰੇ ਵਿਆਹ ਦਾ ਅਸੀਂ ਬੰਦੋਬਸਤ ਕਰ ਦਿੱਤਾ ਹੈ। ਮੈਂ ਕਿਹਾ, ਤੁਸੀਂ ਕੀ ਕਹਿ ਰਹੇ ਹੋ? ਤਾਂ ਕਹਿਣ ਲੱਗੀ ਕਿ ਇਹਨਾਂ ਖੁਸ਼ੀਆਂ ਤੇ ਤੇਰਾ ਵੀ ਹੱਕ ਹੈ। ਤੂੰ ਇਹ ਵਿਆਹ ਦਾ ਜੋੜਾ ਪਾ ਤੇ ਤਿਆਰ ਹੋ ਜਾ। ਇਹ ਗੱਲ ਮੇਰੀ ਸਹੇਲੀ ਨੇ ਆ ਕੇ ਮੈਨੂੰ ਕਹੀ ਤੇ ਗੱਲ ਨਾਲ ਲਾ ਲਿਆ। ਉਸਨੇ ਮੈਨੂੰ ਜ਼ਬਰਦਸਤੀ ਤਿਆਰ ਕੀਤਾ। ਮੈਂ ਤਿਆਰ ਹੋ ਕੇ ਬੈਠ ਗਈ। ਕੁਝ ਦੇਰ ਬਾਅਦ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਮੇਰਾ ਘਰਵਾਲਾ ਸੁਸ਼ੀਲ ਅੰਦਰ ਆਇਆ। ਉਸ ਨੂੰ ਦੇਖ ਕੇ ਮੈਂ ਰੋਣ ਲੱਗੀ। ਉਹ ਮੇਰੇ ਪੈਰਾਂ 'ਚ ਬੈਠ ਗਿਆ ਤੇ ਮੇਰੇ ਤੋਂ ਮਾਫ਼ੀ ਮੰਗਣ ਲੱਗਿਆ। ਉਸਨੇ ਮੇਰੇ ਤੋਂ ਮਾਫ਼ੀ ਮੰਗੀ। ਮੈਂ ਹੈਰਾਨ ਸੀ ਤਾਂ ਉਸਨੇ ਮੈਨੂੰ ਦੱਸਿਆ ਕਿ ਉਸ ਦੀ ਮਾਂ ਨੇ ਮੇਰੇ ਨਾਲ ਜੋ ਕੀਤਾ। ਸਭ ਕੁਝ ਦੱਸਣ ਤੋਂ ਬਾਅਦ ਉਸਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਿਆ, ਵਾਪਸ ਆਪਣੇ ਘਰ ਚੱਲ, ਸਭ ਤੇਰਾ ਇੰਤਜ਼ਾਰ ਕਰ ਰਹੇ ਨੇ। ਮੇਰੀ ਮਾਂ ਤੇਰੇ ਲਈ ਤੜਫ ਰਹੀ ਹੈ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਮੇਰੇ ਕੋਲ ਨਾ ਕਰਨ ਦੀ ਕੋਈ ਵਜ੍ਹਾ ਨਹੀਂ ਸੀ, ਕਿਉਂਕਿ ਸੁਸ਼ੀਲ ਮੈਨੂੰ ਆਪ ਚੱਲ ਕੇ ਲੈਣ ਆਇਆ ਸੀ। ਉਸਨੇ ਆਪਣੇ ਮਾਂ ਦੇ ਗੁਨਾਹਾਂ ਦੀ ਮੇਰੇ ਤੋਂ ਮਾਫ਼ੀ ਮੰਗੀ ਸੀ। ਇਸ ਲਈ ਮੈਂ ਉਸ ਨਾਲ ਜਾਣ ਲਈ ਤਿਆਰ ਹੋ ਗਈ ਤੇ ਆਪਣੇ ਸਹੁਰੇ ਪਹੁੰਚ ਗਈ। ਮੇਰੀ ਸੱਸ ਨੇ ਮੈਨੂੰ ਗਲ ਨਾਲ ਲਾ ਲਿਆ ਅਤੇ ਮੇਰੇ ਤੋਂ ਮਾਫ਼ੀ ਮੰਗਣ ਲੱਗੀ ਅਤੇ ਦਿਲ ਤੋਂ ਉਹਨਾਂ ਸਭ ਨੂੰ ਮੈਂ ਮਾਫ਼ ਕਰ ਦਿੱਤਾ ਜੋ ਕੁਝ ਉਹਨਾਂ ਨੇ ਮੇਰੇ ਨਾਲ ਕੀਤਾ ਸੀ, ਜਿਸ ਦੀ ਵਜ੍ਹਾ ਨਾਲ ਮੇਰੀ ਮਾਂ ਦੁਨੀਆ ਤੋਂ ਚਲੀ ਗਈ ਸੀ। ਪਰ ਅੱਜ ਸ਼ਿਕਾਇਤਾਂ ਦਾ ਸਮਾਂ ਨਹੀਂ ਸੀ। ਜੋ ਨਸੀਬ ਵਿੱਚ ਲਿਖਿਆ ਸੀ ਉਹ ਹੋ ਚੁੱਕਿਆ ਸੀ ਤੇ ਜੋ ਕਸੂਰਵਾਰ ਸੀ ਉਸ ਨੂੰ ਸਜ਼ਾ ਵੀ ਮਿਲ ਗਈ ਸੀ। ਜਦੋਂ ਕੁਦਰਤ ਨੇ ਇਨਸਾਫ ਕਰ ਦਿੱਤਾ ਤਾਂ ਫਿਰ ਮੈਂ ਕਿਉਂ ਪੁਰਾਣੀਆਂ ਗੱਲਾਂ ਨੂੰ ਲੈ ਕੇ ਦਿਲ ਵਿੱਚ ਕੋਈ ਮਲਾਲ ਰੱਖਦੀ।
ਇਸ ਲਈ ਵੈਸੇ ਵੀ ਮੈਂ ਇਕੱਲੇ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਸੀ। ਮੈਂ ਸੁਸ਼ੀਲ ਦੇ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੱਤੀ ਤੇ ਉਸਨੇ ਮੈਨੂੰ ਬਹੁਤ ਖੁਸ਼ੀ ਦਿੱਤੀ। ਉਸ ਸਮੇਂ ਬਾਅਦ ਮੈਨੂੰ ਆਪਣੇ ਨਾਲ ਲੈ ਗਿਆ ਤੇ ਹੁਣ ਅਸੀਂ ਇਸ ਗੱਲ ਨੂੰ 3 ਸਾਲ ਹੋ ਗਏ ਨੇ, ਪਰ ਮੈਨੂੰ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਨੇ ਤਾਂ ਮੇਰਾ ਦਿਲ ਤੜਫਦਾ ਹੈ। ਉਹ ਰੁਖਸਾਨਾ ਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਵਿੱਚ ਤੂਫਾਨ ਆਇਆ ਸੀ ਤੇ ਸਭ ਕੁਝ ਉਜੜ ਗਿਆ ਸੀ, ਪਰ ਮੇਰੀ ਮਾਂ ਚਲੀ ਗਈ। ਰੋਜ਼ਾਨਾ ਵੀ ਮੈਨੂੰ ਆਪਣੀ ਮਾਂ ਯਾਦ ਆਉਂਦੀ ਸੀ ਤੇ ਰੁਖਸਾਨਾ ਦੇ ਗੁਨਾਹਾਂ ਦੀ ਸਜ਼ਾ ਮਿਲੀ। ਦਰਅਸਲ ਉਹ ਇੱਕ ਬਹੁਤ ਚਲਾਕ ਔਰਤ ਸੀ, ਦੂਜਿਆਂ ਦੇ ਦਿਮਾਗ ਨਾਲ ਖੇਲਦੀ ਸੀ। ਉਹ ਲੋਕਾਂ ਦੇ ਦਿਮਾਗ ਨੂੰ ਸਮਝ ਕੇ ਕੰਮ ਕਰਦੀ ਸੀ ਤੇ ਆਪਣਾ ਹਰ ਮਕਸਦ ਪੂਰਾ ਕਰਦੀ ਸੀ। ਉਸ ਨੂੰ ਪਤਾ ਸੀ ਕਿ ਮੇਰੀ ਸੱਸ ਥੋੜੀ ਸ਼ੱਕੀ ਸੁਭਾਅ ਦੀ ਹੈ ਤੇ ਉਹ ਇਹਨਾਂ ਗੱਲਾਂ ਦਾ ਫਾਇਦਾ ਚੁੱਕਦੀ ਸੀ। ਇਸ ਲਈ ਮੇਰੀ ਸੱਸ ਨੇ ਉਸ ਦੇ ਕਹੇ ਤੋਂ ਮੇਰੇ ਨਾਲ ਇਹ ਸਭ ਕੁਝ ਕੀਤਾ। ਅਜਿਹਾ ਉਸਨੇ ਮੁਹੱਲੇ ਦੀ ਕੁੜੀ ਦੇ ਕਹਿਣ ਤੇ ਕੀਤਾ ਸੀ, ਜੋ ਕਿ ਸੁਸ਼ੀਲ ਨੂੰ ਪਿਆਰ ਕਰਦੀ ਸੀ ਤੇ ਪਸੰਦ ਕਰਦੀ ਸੀ। ਇਸ ਗੱਲ ਲਈ ਕੁੜੀ ਨੇ ਰੁਖਸਾਨਾ ਨੂੰ ਪੈਸੇ ਦਿੱਤੇ ਸੀ। ਅਚਾਨਕ ਹੀ ਰੁਖਸਾਨਾ ਦੀ ਕਹੀ ਗੱਲ ਸੱਚ ਹੋ ਗਈ ਸੀ। ਉਦੋਂ ਤੋਂ ਹੀ ਮੁਹੱਲੇ ਵਾਲੇ ਉਸ ਨੂੰ ਬੜੀ ਇੱਜ਼ਤ ਦਿੰਦੇ ਸੀ ਤੇ ਸਭ ਸਮਝਦੇ ਸੀ ਕਿ ਉਹ ਬਹੁਤ ਹੀ ਚੰਗੀ ਔਰਤ ਹੈ ਤੇ ਪਹੁੰਚੀ ਹੋਈ ਹੈ। ਜਿਸ ਨੂੰ ਸਭ ਨੂੰ ਪਤਾ ਚੱਲ ਜਾਂਦਾ, ਉਹ ਇਸੇ ਗੱਲ ਦਾ ਫਾਇਦਾ ਚੁੱਕਦੀ ਸੀ ਤੇ ਦੂਜਿਆਂ ਤੋਂ ਪੈਸੇ ਲੈ ਕੇ ਇਹ ਸਭ ਕੰਮ ਕਰਦੀ ਸੀ। ਅਤੇ ਜਦੋਂ ਮੁਹੱਲੇ ਦੀ ਉਸ ਕੁੜੀ ਨੇ ਰੁਖਸਾਨਾ ਨੂੰ ਪੈਸੇ ਦੇ ਕੇ ਮੇਰੇ ਘਰ ਸੁਸ਼ੀਲ ਦੇ ਰਿਸ਼ਤੇ ਕਿਹਾ ਸੀ ਕਿ ਕਿਸੇ ਤਰ੍ਹਾਂ ਉਹ ਮੈਨੂੰ ਸਹੁਰਿਆਂ ਤੋਂ ਕਢਵਾ ਦੇਵੇ, ਤਾਂ ਰੁਖਸਾਨਾ ਨੇ ਵੀ ਵਿਆਹ ਦੀ ਪਹਿਲੀ ਰਾਤ ਹੀ ਮੇਰੀ ਸੱਸ ਦੇ ਕੰਨ ਵਿੱਚ ਗੱਲ ਕਹਿ ਦਿੱਤੀ ਸੀ ਕਿ ਮੈਂ ਮਨਹੂਸ ਹਾਂ। ਫਿਰ 3 ਦਿਨਾਂ ਬਾਅਦ ਅਚਾਨਕ ਹੀ ਪੁਲਿਸ ਮੇਰੇ ਦਿਓਰ ਨੂੰ ਫੜ ਕੇ ਲੈ ਗਈ ਅਤੇ ਉਸ ਤੇ ਚੋਰੀ ਦਾ ਇਲਜ਼ਾਮ ਲੱਗਿਆ ਸੀ। ਮੇਰੀ ਸੱਸ ਨੂੰ ਲੱਗਿਆ ਕਿ ਸਭ ਕੁਝ ਮੇਰੇ ਕਦਮਾਂ ਦੀ ਵਜ੍ਹਾ ਨਾਲ ਹੋਇਆ ਹੈ, ਕਿਉਂਕਿ ਉਹਨਾਂ ਦੀ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਹੈ, ਜਦੋਂ ਕਿ ਸੱਚ ਤਾਂ ਇਹ ਸੀ ਕਿ ਉਸ ਦੀ ਸੰਗਤ ਗਲਤ ਸੀ। ਇਸ ਘਰ ਨੂੰ ਉਸ ਨੂੰ ਚੋਰੀ ਦੀ ਆਦਤ ਪੈ ਗਈ ਸੀ ਤੇ ਮੇਰੇ ਦਿਓਰ ਨੂੰ ਪੁਲਿਸ ਨੇ ਕਿਸੇ ਹੋਰ ਇਲਾਕੇ ਵਿੱਚੋਂ ਗ੍ਰਿਫਤਾਰ ਕੀਤਾ ਸੀ। ਇਸ ਲਈ ਮੁਹੱਲੇ ਵਾਲਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਅਤੇ ਬਦਨਾਮੀ ਨਾ ਹੋਵੇ, ਇਸ ਕਰਕੇ ਮੇਰੀ ਸੱਸ ਨੇ ਇਹ ਗੱਲ ਦੱਸੀ ਕਿਉਂਕਿ ਬਦਨਾਮੀ ਹੋ ਜਾਊਗੀ। ਪਰ ਜਦੋਂ ਪਤਾ ਲੱਗਿਆ ਕਿ ਉਸ ਦੇ ਖਿਲਾਫ ਤਾਂ ਬਹੁਤ ਵਾਰੀ ਸ਼ਿਕਾਇਤ ਦਰਜ ਹੋ ਚੁੱਕੀ ਹੈ, ਫਿਰ ਮੇਰੀ ਸੱਸ ਨੂੰ ਸੱਚਾਈ ਦਾ ਪਤਾ ਲੱਗਿਆ ਤੇ ਉਧਰ ਉਸ ਕੁੜੀ ਨੇ ਰੁਖਸਾਨਾ ਨੂੰ ਰਿਸ਼ਤੇ ਦੇ ਕੇ ਸੁਸ਼ੀਲ ਦੇ ਘਰ ਭੇਜਿਆ। ਪਰ ਸੁਸ਼ੀਲ ਨੇ ਵਿਆਹ ਤੋਂ ਨਾ ਕਰ ਦਿੱਤੀ ਤੇ ਰੁਖਸਾਨਾ ਨੇ ਉਸ ਕੁੜੀ ਵਿੱਚ ਲੜਾਈ ਹੋ ਗਈ। ਉਹ ਆਪਣੇ ਪੈਸੇ ਵਾਪਸ ਮੰਗ ਰਹੀ ਸੀ ਤੇ ਇਹ ਗੱਲ ਖੁੱਲ੍ਹ ਕੇ ਸਭ ਦੇ ਸਾਹਮਣੇ ਆ ਗਈ। ਉਸਨੇ ਜੋ ਵੀ ਕੀਤਾ ਸੀ ਪੈਸੇ ਦੇ ਲਾਲਚ ਵਿੱਚ ਕੀਤਾ ਸੀ। ਹਰ ਕੋਈ ਉਸ ਨੂੰ ਥੂ-ਥੂ ਕਰ ਰਿਹਾ ਸੀ। ਉਸ ਨੂੰ ਮੁਹੱਲੇ ਵਿੱਚੋਂ ਕੱਢ ਦਿੱਤਾ ਤੇ ਉਹ ਚਲੀ ਗਈ ਸੀ। ਇਸ ਲਈ ਜਦੋਂ ਮੈਂ ਪਤਾ ਕੀਤਾ ਸੀ ਤਾਂ ਉਹ ਮੈਨੂੰ ਨਹੀਂ ਮਿਲੀ ਸੀ ਅਤੇ ਮੇਰੀ ਸੱਸ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਸੁਸ਼ੀਲ ਨੂੰ ਸਾਰੀ ਗੱਲ ਦੱਸੀ ਅਤੇ ਉਹ ਛੁੱਟੀਆਂ ਲੈ ਕੇ ਵਾਪਸ ਆ ਗਿਆ ਅਤੇ ਮੇਰੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਜਦੋਂ ਉਹਨਾਂ ਨੂੰ ਮੈਂ ਨਾ ਮਿਲੀ, ਕਿਉਂਕਿ ਮੇਰਾ ਪਤਾ ਬਦਲ ਗਿਆ ਸੀ ਤੇ ਉਹਨਾਂ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਸਿੱਧੇ ਹੀ ਮੇਰੇ ਕੋਲ ਆਉਂਦੇ ਤੇ ਮੈਨੂੰ ਉਸੇ ਇੱਜ਼ਤ ਨਾਲ ਵਾਪਸ ਕਰਕੇ ਲੈ ਕੇ ਜਾਣਾ ਚਾਹੁੰਦੇ ਸੀ। ਇਸ ਲਈ ਉਹਨਾਂ ਨੇ ਮੁਹੱਲੇ ਦੇ ਕੁਝ ਲੋਕਾਂ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਉਹ ਮੈਨੂੰ ਦੁਲਹਨ ਬਣਾ ਕੇ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਨੇ। ਵਾਲਿਆਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਤੇ ਮੇਰੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਚਲੇ ਆਏ, ਕਿਉਂਕਿ ਮੈਂ ਕਾਫੀ ਸਮੇਂ ਤੋਂ ਉੱਥੇ ਰਹਿ ਰਹੀ ਸੀ। ਇਸ ਲਈ ਸਭ ਨੂੰ ਪਤਾ ਸੀ ਕਿ ਮੈਂ ਕਿੱਦਾਂ ਦੀ ਔਰਤ ਹਾਂ। ਸਾਰੇ ਜਾਣਦੇ ਸੀ ਕਿ ਮੈਂ ਚੰਗੀ ਔਰਤ ਹਾਂ। ਮੈਂ ਆਪਣੇ ਦਿਲ ਵਿੱਚ ਆਪਣੇ ਘਰ ਵਾਲੇ ਤੋਂ ਬਿਨਾਂ ਕਿਸੇ ਨੂੰ ਸੋਚ ਵੀ ਨਹੀਂ ਸਕਦੀ ਸੀ। ਮੈਂ ਆਪਣੀ ਸੱਸ ਨੂੰ ਤੇ ਆਪਣੇ ਘਰ ਵਾਲੇ ਨੂੰ ਮਾਫ ਕਰ ਦਿੱਤਾ ਤੇ ਆਪਣੇ ਘਰ ਵਾਲੇ ਦੇ ਨਾਲ ਇੱਕ ਚੰਗੀ ਜ਼ਿੰਦਗੀ ਸ਼ੁਰੂ ਕਰ ਦਿੱਤੀ। ਹੁਣ ਅਸੀਂ ਦੋਨੋਂ ਵਿਦੇਸ਼ 'ਚ ਹਾਂ ਤੇ ਬਹੁਤ ਖੁਸ਼ ਹਾਂ, ਪਰ ਪੁਰਾਣੀਆਂ ਯਾਦਾਂ ਕਦੇ-ਕਦੇ ਦੁੱਖ ਦਿੰਦੀਆਂ ਨੇ, ਕਿਉਂਕਿ ਮੈਂ ਉਸ ਸਮੇਂ ਵਿੱਚ ਆਪਣੀ ਮਾਂ ਦਿੱਤਾ ਸੀ। ਉਹ ਦੁੱਖ ਮੈਨੂੰ ਅੱਜ ਵੀ ਸੀ। ਮੈਨੂੰ ਰੁਖਸਾਨਾ ਦੀ ਸ਼ਕਲ ਯਾਦ ਆਉਂਦੀ ਤਾਂ ਮੈਂ ਸੋਚਦੀ ਹਾਂ ਕਿ ਕੁਝ ਲੋਕ ਪੈਸੇ ਲਈ ਦੂਜਿਆਂ ਦਾ ਘਰ ਉਜਾੜ ਦਿੰਦੇ ਨੇ ਤੇ ਕਦੀ-ਕਦੀ ਆਪਾਂ ਗਲਤ ਲੋਕਾਂ ਤੇ ਭਰੋਸਾ ਕਰਦੇ ਹਾਂ। 1-2 ਵਾਰ ਜੇਕਰ ਕਿਸੇ ਦੀ ਗੱਲ ਸੱਚੀ ਹੋ ਜਾਵੇ ਉਸ ਨੂੰ ਚਮਤਕਾਰ ਮੰਨਣ ਲੱਗ ਜਾਂਦੇ ਹਾਂ, ਜਦੋਂ ਕਿ ਹਰ ਵਾਰੀ ਇੱਦਾਂ ਹੋਵੇ ਜ਼ਰੂਰੀ ਨਹੀਂ ਹੁੰਦਾ। ਕਦੀ-ਕਦੀ ਕਿਸੇ ਇਨਸਾਨ ਦਾ ਤੁੱਕਾ ਵੀ ਸਹੀ ਲੱਗ ਜਾਂਦਾ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਉਸ ਦੀ ਹਰ ਗੱਲ ਸੱਚ ਹੈ। ਆਪਣੇ ਆਸ-ਪਾਸ ਦੇ ਅਜਿਹੇ ਲੋਕਾਂ ਤੋਂ ਤੁਸੀਂ ਹਮੇਸ਼ਾ ਹੁਸ਼ਿਆਰ ਰਹੋ। ਜੋ ਲੋਕ ਆਪਣੇ ਆਪ ਨੂੰ ਉੱਚਾ ਮੰਨਦੇ ਨੇ ਉਹ ਸੱਚਾਈ ਵਿੱਚ ਉੱਚੇ ਨਹੀਂ ਹੁੰਦੇ। ਉਹ ਸਾਡੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ ਸਾਨੂੰ ਨੁਕਸਾਨ ਪਹੁੰਚਾ ਰਹੇ ਹੁੰਦੇ ਨੇ। ਇਸ ਕਹਾਣੀ ਰਾਹੀਂ ਤੁਹਾਨੂੰ ਇਹੀ ਦੱਸਣਾ ਸੀ ਕਿ ਅਜਿਹੇ ਲੋਕਾਂ ਤੋਂ ਤੁਸੀਂ ਹਮੇਸ਼ਾ ਸਾਵਧਾਨ ਰਹੋ। ਹਾਂਜੀ, ਜੇ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਕਰਿਓ
ਆਪਾਂ ਫੇਰ ਮਿਲਾਂਗੇ ਨਵੀਂ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।